ਦੋਸਤੋ ਬਾਈਬਲ ਵਿੱਚ ਵਰਣਨ ਵਿਅਕਤੀਆਂ ਦੇ ਵੇਰਵੇ ਸਾਡੇ ਮਸੀਹੀ ਜੀਵਨ ਲਈ ਬਹੁਤ ਮਹੱਤਵਪੂਰਨ ਹਨ। ਅੱਜ ਅਸੀਂ ਵਿਸ਼ਵਾਸੀਆਂ ਦਾ ਪਿਤਾ ਕਹਾਏ ਜਾਂਦੇ ਅਬਰਾਹਮ ਦੇ ਜੀਵਨ ਤੋਂ 7 ਅਜਿਹੀਆਂ ਗੱਲਾਂ ਨੂੰ ਸਿੱਖਾਂਗੇ ਜਿਹੜੀਆਂ ਸਾਡੇ ਮਸੀਹੀ ਜੀਵਨ ਲਈ ਬਹੁਤ ਮਹੱਤਵਪੂਰਨ ਹਨ। ਬਾਈਬਲ ਵਿੱਚ ਦਿੱਤੇ ਹਰੇਕ ਵਿਅਕਤੀ ਦਾ ਜੀਵਨ ਸਾਨੂੰ ਉਹਨਾਂ ਤੋਂ ਅਜਿਹੀਆਂ ਗੱਲਾਂ ਸਿੱਖਣ ਲਈ ਪ੍ਰੇਰਿਤ ਕਰਦਾ ਹੈ ਜਿਹੜੀਆਂ ਸਾਡੇ ਮਸੀਹੀ ਜੀਵਨ ਲਈ ਬਹੁਤ ਜ਼ਰੂਰੀ ਹੁੰਦੀਆਂ ਹਨ। ਬਹੁਤ ਵਾਰ ਅਸੀਂ ਬਾਈਬਲ ਵਿੱਚ ਵਰਣਨ ਲੋਕਾਂ ਵਾਂਗ ਹੀ ਬਰਕਤ ਤਾਂ ਪ੍ਰਾਪਤ ਕਰਨਾ ਚਾਹੁੰਦੇ ਹਾਂ, ਪਰ ਉਹਨਾਂ ਦੁਆਰਾ ਕੀਤੀਆਂ ਗੱਲਾਂ ਦੀ ਅਸੀਂ ਆਪਣੇ ਜੀਵਨ ਵਿੱਚ ਪਾਲਣਾ ਕਰਨ ਤੋਂ ਬਚਦੇ ਹਾਂ। ਜਦੋਂ ਅਸੀਂ ਅਬਰਾਹਮ ਦੇ ਜੀਵਨ ਦਾ ਅਧਿਐਨ ਕਰਦੇ ਹਾਂ ਤਾਂ ਅਸੀਂ ਅਜਿਹੀਆਂ ਕੁਝ ਖੂਬੀਆਂ ਨੂੰ ਵੇਖਦੇ ਹਾਂ ਜਿਸ ਕਰਕੇ ਉਹ ਪਰਮੇਸ਼ਵਰ ਤੋਂ ਵੱਡੀਆਂ ਬਰਕਤਾਂ ਦਾ ਹੱਕਦਾਰ ਬਣਿਆ ਸੀ। ਜੇਕਰ ਅਸੀਂ ਵੀ ਅਬਰਾਹਮ ਵਾਂਗ ਹੀ ਬਰਕਤ ਪਾਏ ਹੋਏ ਬਣਨਾ ਚਾਹੁੰਦੇ ਹਾਂ ਤਾਂ ਹਰੇਕ ਮਸੀਹੀ ਲਈ ਉਹਨਾਂ ਗੱਲਾਂ ਦਾ ਆਪਣੇ ਜੀਵਨ ਵਿੱਚ ਅਨੁਸਰਣ ਕਰਨਾ ਅਤ ਜ਼ਰੂਰੀ ਹੈ। ਅੱਜ ਅਸੀਂ ਅਬਰਾਹਮ ਦੇ ਜੀਵਨ ਤੋਂ ਅਜਿਹੀਆਂ ਹੀ 7 ਗੱਲਾਂ ਨੂੰ ਵੇਖਾਂਗੇ ਅਤੇ ਜੇਕਰ ਅਸੀਂ ਵੀ ਆਪਣੇ ਜੀਵਨ ਵਿੱਚ ਉਹਨਾਂ ਦੀ ਪਾਲਣਾ ਕਰਦੇ ਹਾਂ ਤਾਂ ਅਸੀਂ ਵੀ ਉਸੇ ਵਾਂਗ ਹੀ ਬਰਕਤ ਪਾਏ ਹੋਏ ਇੱਕ ਵਿਅਕਤੀ ਬਣ ਸਕਦੇ ਹਾਂ। ਨੰਬਰ 1, ਅਬਰਾਹਮ ਅਸੰਭਵ ਹਾਲਾਤਾਂ ਵਿੱਚ ਵੀ ਵਿਸ਼ਵਾਸ ਕਰਨ ਵਾਲਾ ਸੀ। ਪਿਆਰਿਓ, ਪ੍ਰਭੂ ਵਿੱਚ ਅਤੇ ਉਸ ਦੇ ਵਚਨ ਵਿੱਚ ਵਿਸ਼ਵਾਸ ਰੱਖਣ ਵਾਲੇ ਨੂੰ ਹੀ ਵਿਸ਼ਵਾਸੀ ਆਖਿਆ ਜਾਂਦਾ ਹੈ। ਉਤਪਤ 12 ਅਧਿਆਇ ਉਸ ਦੀ 1 ਔਰ 2 ਆਇਤ ਸਾਨੂੰ ਦੱਸਦੀ ਹੈ ਕਿ ਪਰਮੇਸ਼ਵਰ ਨੇ ਅਬਰਾਹਮ ਨੂੰ ਦਰਸ਼ਨ ਦੇ ਕੇ ਆਖਿਆ ਸੀ, ਤੂੰ ਆਪਣੇ ਦੇਸ਼ ਤੋਂ ਔਰ ਆਪਣੇ ਸਾਕਾਂ ਤੋਂ ਔਰ ਆਪਣੇ ਪਿਤਾ ਦੇ ਘਰ ਤੋਂ ਉਸ ਦੇਸ਼ ਨੂੰ ਜੋ ਮੈਂ ਵਿਖਾਵਾਂਗਾ ਨਿਕਲ ਤੁਰ, ਅਤੇ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਅਤੇ ਮੈਂ ਤੈਨੂੰ ਅਸੀਸ ਦਿਆਂਗਾ ਅਤੇ ਮੈਂ ਤੇਰਾ ਨਾਮ ਵੱਡਾ ਕਰਾਂਗਾ ਅਤੇ ਤੂੰ ਬਰਕਤ ਦਾ ਕਾਰਨ ਹੋਵੇਂਗਾ। ਦੋਸਤੋ, ਜਦੋਂ ਅਬਰਾਹਮ ਨੇ ਇਹ ਦਰਸ਼ਨ ਪ੍ਰਾਪਤ ਕੀਤਾ ਉਸ ਸਮੇਂ ਉਸ ਦੀ ਉਮਰ ਲਗਭਗ 75 ਸਾਲ ਦੀ ਸੀ। ਇਸ ਉਮਰ ਵਿੱਚ ਆਪਣੇ ਦੇਸ਼ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਛੱਡ ਕੇ ਕਿਸੇ ਦੂਰ ਜਗ੍ਹਾ ਤੇ ਜਾਣ ਦਾ ਫੈਸਲਾ ਕਰਨਾ ਸੌਖਾ ਨਹੀਂ ਹੁੰਦਾ। ਹੋਰ ਵੀ ਵੱਡਾ ਕਾਰਨ ਇਹ ਸੀ ਕਿ ਅਬਰਾਹਮ ਦੀ ਕੋਈ ਔਲਾਦ ਨਹੀਂ ਸੀ। ਅਜਿਹੀ ਸਥਿਤੀ ਵਿੱਚ ਆਪਣੇ ਦੇਸ਼ ਅਤੇ ਰਿਸ਼ਤੇਦਾਰਾਂ ਤੋਂ ਦੂਰ ਨਵੇਂ ਸਿਰਿਓਂ ਸ਼ੁਰੂਆਤ ਕਰਨਾ ਮਨੁੱਖੀ ਦ੍ਰਿਸ਼ਟੀਕੋਣ ਤੋਂ ਲਗਭਗ ਅਸੰਭਵ ਪ੍ਰਤੀਤ ਹੁੰਦਾ ਹੈ। ਪਰ ਫਿਰ ਵੀ ਅਬਰਾਹਮ ਨੇ ਅਜਿਹੇ ਅਸੰਭਵ ਹਾਲਾਤਾਂ ਵਿੱਚ ਵੀ ਪਰਮੇਸ਼ਵਰ ਤੇ ਵਿਸ਼ਵਾਸ ਕਰਨਾ ਚੁਣਿਆ ਸੀ। ਇੰਨਾ ਹੀ ਨਹੀਂ, ਅਬਰਾਹਮ ਨੇ ਲਗਾਤਾਰ ਪਰਮੇਸ਼ਵਰ ਵਿੱਚ ਆਪਣੇ ਵਿਸ਼ਵਾਸ ਨੂੰ ਕਾਇਮ ਰੱਖਿਆ ਸੀ। ਜੇਕਰ ਅਸੀਂ ਅਬਰਾਹਮ ਦੇ ਜੀਵਨ ਦਾ ਪੂਰਾ ਵੇਰਵਾ ਪੜ੍ਹੀਏ ਤਾਂ ਅਸੀਂ ਲਗਾਤਾਰ ਉਸ ਦੇ ਵਿਸ਼ਵਾਸ ਦੀ ਗਵਾਹੀ ਨੂੰ ਵੇਖ ਸਕਦੇ ਹਾਂ। ਪਿਆਰਿਓ, ਵਿਸ਼ਵਾਸ ਸਾਡੇ ਮਸੀਹੀ ਜੀਵਨ ਦਾ ਇੰਜਨ ਹੈ। ਜਿੰਨਾ ਚਿਰ ਇਹ ਕਾਇਮ ਰਹਿੰਦਾ ਤੇ ਚੱਲਦਾ ਰਹਿੰਦਾ ਹੈ, ਅਸੀਂ ਵਿਸ਼ਵਾਸੀ ਅਖਵਾਉਂਦੇ ਹਾਂ। ਅਸੰਭਵ ਹਾਲਾਤਾਂ ਵਿੱਚ ਵੀ ਪਰਮੇਸ਼ਵਰ ਤੇ ਵਿਸ਼ਵਾਸ ਰੱਖਣਾ ਅਸੀਂ ਅਬਰਾਹਮ ਦੇ ਜੀਵਨ ਤੋਂ ਸਿੱਖਦੇ ਹਾਂ। ਅਬਰਾਹਮ ਨੇ ਪਰਮੇਸ਼ਵਰ ਦੇ ਸ਼ਬਦਾਂ ਤੇ ਵਿਸ਼ਵਾਸ ਕੀਤਾ ਅਤੇ ਪਰਮੇਸ਼ਵਰ ਅੱਜ ਵੀ ਉਸ ਨਾਲ ਕੀਤੇ ਹੋਏ ਆਪਣੇ ਵਾਅਦੇ ਨੂੰ ਪੂਰਾ ਕਰ ਰਿਹਾ ਹੈ। ਅਬਰਾਹਮ ਤੋਂ ਸ਼ੁਰੂ ਹੋਈ ਵੱਡੀ ਕੌਮ ਅੱਜ ਪੂਰੇ ਸੰਸਾਰ ਵਿੱਚ ਹੈ ਅਤੇ ਅੱਜ ਵੀ ਅਬਰਾਹਮ ਦੀ ਸੰਤਾਨ ਧਰਤੀ ਤੇ ਬਹੁਤ ਸਾਰਿਆਂ ਲਈ ਬਰਕਤ ਦਾ ਕਾਰਨ ਹੈ। ਨੰਬਰ 2, ਅਬਰਾਹਮ ਨੇ ਆਗਿਆਕਾਰੀ ਕੀਤੀ ਸੀ ਬਿਨਾਂ ਕਿਸੇ ਸ਼ੱਕ ਕੀਤੇ। ਦੋਸਤੋ, ਵਿਸ਼ਵਾਸ ਅਤੇ ਆਗਿਆਕਾਰੀ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਹਨ। ਜੇਕਰ ਸੱਚਾ ਵਿਸ਼ਵਾਸ ਹੈ ਤਾਂ ਇਹ ਆਗਿਆਕਾਰੀ ਨੂੰ ਪੈਦਾ ਕਰੇਗਾ। ਜੇਕਰ ਕੋਈ ਕਹੇ ਕਿ ਉਹ ਪ੍ਰਭੂ ਤੇ ਵਿਸ਼ਵਾਸ ਕਰਦਾ ਹੈ ਪਰ ਉਸ ਦੇ ਹੁਕਮਾਂ ਦੀ ਆਗਿਆਕਾਰੀ ਨਹੀਂ ਕਰਦਾ ਤਾਂ ਉਹ ਵਿਸ਼ਵਾਸ ਕਰਦਾ ਹੀ ਨਹੀਂ ਹੈ। ਉਤਪਤ 12 ਅਧਿਆਇ ਉਸ ਦੀ 4 ਆਇਤ ਆਖਦੀ ਹੈ, ਅਬਰਾਹਮ ਜਿਵੇਂ ਯਹੋਵਾ ਉਹਨੂੰ ਬੋਲਿਆ ਸੀ ਉਸੇ ਤਰ੍ਹਾਂ ਚੱਲਿਆ। ਅਤੇ 9 ਆਇਤ ਆਖਦੀ ਹੈ ਕਿ ਅਬਰਾਹਮ ਸਫ਼ਰ ਕਰਦਾ ਕਰਦਾ ਦੱਖਣ ਵੱਲ ਤੁਰਿਆ ਗਿਆ। ਅਬਰਾਹਮ ਨੇ ਸਿਰਫ ਵਿਸ਼ਵਾਸ ਕੀਤਾ ਹੀ ਨਹੀਂ ਪਰ ਉਸਨੇ ਆਗਿਆਕਾਰੀ ਵਿੱਚ ਉਸ ਵਿਸ਼ਵਾਸ ਨੂੰ ਵਿਖਾਇਆ ਵੀ ਸੀ। ਉਹ ਆਪਣੇ ਪਰਿਵਾਰ ਨੂੰ ਲੈ ਕੇ ਪਰਮੇਸ਼ਵਰ ਦੇ ਆਖੇ ਅਨੁਸਾਰ ਚੱਲ ਪਿਆ ਸੀ। ਦੋਸਤੋ, ਜੇਕਰ ਤੁਸੀਂ ਪ੍ਰਭੂ ਦੇ ਸ਼ਬਦਾਂ ਤੇ ਵਿਸ਼ਵਾਸ ਕਰਦੇ ਹੋ ਤਾਂ ਇਹ ਤੁਹਾਡੀ ਆਗਿਆਕਾਰੀ ਵਿੱਚ ਵੀ ਦਿਖੇਗਾ। ਅਬਰਾਹਮ ਨੇ ਬਿਨਾਂ ਕਿਸੇ ਪ੍ਰਸ਼ਨ ਕੀਤੇ ਜਾਂ ਬਿਨਾਂ ਸ਼ੱਕ ਕੀਤੇ ਪ੍ਰਭੂ ਦੀ ਆਗਿਆਕਾਰੀ ਕੀਤੀ। ਸਾਡੇ ਇਸ ਪੂਰਵਜ ਦਾ ਪਰਮੇਸ਼ਵਰ ਦੇ ਸ਼ਬਦਾਂ ਤੇ ਕੀਤਾ ਵਿਸ਼ਵਾਸ ਅਤੇ ਆਗਿਆਕਾਰੀ ਸਾਡੇ ਲਈ ਇੱਕ ਵੱਡੀ ਪ੍ਰੇਰਨਾ ਹੈ ਅਤੇ ਅੱਜ ਅਸੀਂ ਵੀ ਉਸੇ ਵਾਂਗ ਹੀ ਪਰਮੇਸ਼ਵਰ ਦੇ ਸ਼ਬਦਾਂ ਤੇ ਵਿਸ਼ਵਾਸ ਕਰਕੇ ਅਤੇ ਆਗਿਆਕਾਰੀ ਕਰਕੇ ਆਪਣੇ ਜੀਵਨ ਵਿੱਚ ਵੱਡੀਆਂ ਬਰਕਤਾਂ ਨੂੰ ਪ੍ਰਾਪਤ ਕਰ ਸਕਦੇ ਹਾਂ। ਨੰਬਰ 3, ਅਬਰਾਹਮ ਸਵਾਰਥੀ ਨਹੀਂ ਸੀ। ਅਬਰਾਹਮ ਦਾ ਜੀਵਨ ਸਾਨੂੰ ਦੱਸਦਾ ਹੈ ਕਿ ਅਬਰਾਹਮ ਸਵਾਰਥੀ ਨਹੀਂ ਸੀ। ਉਤਪਤ 13 ਅਧਿਆਇ ਸਾਨੂੰ ਦੱਸਦਾ ਹੈ ਕਿ ਇੱਕ ਸਮੇਂ ਲੂਤ ਅਤੇ ਅਬਰਾਹਮ ਦੇ ਪਾਲੀਆਂ ਵਿਚਕਾਰ ਝਗੜਾ ਪੈ ਗਿਆ। 8 ਅਤੇ 9 ਆਇਤ ਵਿੱਚ ਅਬਰਾਹਮ ਨੇ ਲੂਤ ਨੂੰ ਆਖਿਆ, ਮੇਰੇ ਅਤੇ ਤੇਰੇ ਪਾਲੀਆਂ ਵਿਚਕਾਰ ਝਗੜਾ ਨਹੀਂ ਹੋਣਾ ਚਾਹੀਦਾ ਹੈ, ਕਿਉਂ ਜੋ ਅਸੀਂ ਭਰਾ ਹਾਂ। ਭਲਾ ਤੇਰੇ ਅੱਗੇ ਸਾਰਾ ਦੇਸ਼ ਨਹੀਂ ਹੈ? ਮੈਥੋਂ ਵੱਖਰਾ ਹੋ ਜਾ। ਜੇ ਤੂੰ ਖੱਬੇ ਪਾਸੇ ਜਾਵੇਂ ਤਾਂ ਮੈਂ ਸੱਜੇ ਪਾਸੇ ਜਾਵਾਂਗਾ ਅਤੇ ਜੇ ਤੂੰ ਸੱਜੇ ਪਾਸੇ ਜਾਵੇਂ ਤਾਂ ਮੈਂ ਖੱਬੇ ਪਾਸੇ ਜਾਵਾਂਗਾ। ਪਿਆਰਿਓ, ਅਬਰਾਹਮ ਦਾ ਇਹ ਫੈਸਲਾ ਸਾਨੂੰ ਦੱਸਦਾ ਹੈ ਕਿ ਅਬਰਾਹਮ ਆਪਣੇ ਜੀਵਨ ਵਿੱਚ ਸਵਾਰਥੀ ਨਹੀਂ ਸੀ। ਉਸਨੇ ਚੁਣਨ ਦਾ ਫੈਸਲਾ ਕਰਨ ਦਾ ਅਧਿਕਾਰ ਲੂਤ ਨੂੰ ਦਿੱਤਾ ਸੀ। ਅੱਗੇ ਵੇਰਵਾ ਸਾਨੂੰ ਦੱਸਦਾ ਹੈ ਕਿ ਲੂਤ ਨੇ ਸਦੂਮ ਔਰ ਅਮੂਰਾ ਦੀ ਹਰਿਆਲੀ ਨੂੰ ਵੇਖਿਆ ਅਤੇ ਉਹ ਇਲਾਕਾ ਆਪਣੇ ਲਈ ਚੁਣ ਲਿਆ। ਦੂਜੇ ਸ਼ਬਦਾਂ ਵਿੱਚ ਲੂਤ ਨੇ ਚੰਗਾ ਇਲਾਕਾ ਆਪਣੇ ਲਈ ਚੁਣਿਆ। ਦੋਸਤੋ, ਅਬਰਾਹਮ ਉਮਰ ਵਿੱਚ ਅਤੇ ਰਿਸ਼ਤੇ ਵਿੱਚ ਵੱਡਾ ਹੋਣ ਕਰਕੇ ਆਪ ਫੈਸਲਾ ਕਰ ਸਕਦਾ ਸੀ ਤੇ ਚੰਗਾ ਇਲਾਕਾ ਵੀ ਆਪਣੇ ਲਈ ਚੁਣ ਸਕਦਾ ਸੀ, ਪਰ ਉਸਨੇ ਇਹ ਅਧਿਕਾਰ ਲੂਤ ਨੂੰ ਦਿੱਤਾ। ਅਬਰਾਹਮ ਨੇ ਚੰਗਾ ਹਿੱਸਾ ਆਪਣੇ ਲਈ ਨਹੀਂ ਚੁਣਿਆ ਕਿਉਂ ਜੋ ਉਹ ਸਵਾਰਥੀ ਨਹੀਂ ਸੀ।
ਲੂਤ ਸਵਾਰਥੀ ਬਣਿਆ ਤੇ ਕਹਾਣੀ ਵਿੱਚ ਅੱਗੇ ਅਸੀਂ ਵੇਖਦੇ ਹਾਂ ਕਿ ਉਸ ਦਾ ਚੰਗਾ ਹਿੱਸਾ ਉਸ ਲਈ ਨਾਸ ਦਾ ਕਾਰਨ ਬਣ ਗਿਆ ਸੀ। ਅਬਰਾਹਾਮ ਨੇ ਨਿਰਸਵਾਰਥੀ ਹੁੰਦੇ ਪਰਮੇਸ਼ਵਰ ਤੇ ਆਪਣੇ ਵਿਸ਼ਵਾਸ ਨੂੰ ਬਣਾਈ ਰੱਖਿਆ ਸੀ ਅਤੇ 14 ਤੋਂ 16 ਆਇਤ ਸਾਨੂੰ ਅੱਗੇ ਦੱਸਦੀ ਹੈ ਕਿ ਅਬਰਾਹਾਮ ਨੂੰ ਜਿੱਥੇ ਉਹ ਖੜਾ ਸੀ ਉਸ ਦੇ ਦੱਖਣ, ਪੂਰਬ ਅਤੇ ਪੱਛਮ ਦੀ ਸਾਰੀ ਧਰਤੀ ਉਸ ਨੂੰ ਅਤੇ ਉਸ ਦੀ ਸੰਤਾਨ ਨੂੰ ਦੇਣ ਦਾ ਵਾਅਦਾ ਕੀਤਾ ਗਿਆ ਸੀ। ਪਿਆਰਿਓ, ਬਹੁਤ ਵਾਰ ਅਸੀਂ ਮਸੀਹੀ ਹੁੰਦੇ ਹੋਏ ਵੀ ਆਪਣੇ ਜੀਵਨ ਵਿੱਚ ਸਵਾਰਥੀ ਹੋ ਜਾਂਦੇ ਹਾਂ ਤੇ ਆਪਣੇ ਲਈ ਖੁਦ ਉੱਤਮ ਚੁਣਨਾ ਚਾਹੁੰਦੇ ਹਾਂ, ਪਰ ਅਬਰਾਹਾਮ ਨੇ ਇਹ ਫੈਸਲਾ ਪਰਮੇਸ਼ਵਰ ਤੇ ਛੱਡਿਆ ਸੀ। ਇੰਨਾ ਹੀ ਨਹੀਂ, 14 ਅਧਿਆਇ ਵਿੱਚ ਅਸੀਂ ਵੇਖਦੇ ਹਾਂ ਕਿ ਜਦੋਂ ਅਬਰਾਹਾਮ ਨੂੰ ਪਤਾ ਲੱਗਾ ਕਿ 5 ਰਾਜਿਆਂ ਨੇ ਮਿਲ ਕੇ ਸਦੂਮ ਅਤੇ ਅਮੂਰਾ ਤੇ ਹਮਲਾ ਕੀਤਾ ਅਤੇ ਉਸ ਵਿੱਚ ਲੂਤ ਅਤੇ ਉਸ ਦਾ ਘਰਾਣਾ ਵੀ ਗੁਲਾਮ ਬਣਾ ਕੇ ਲਿਜਾਇਆ ਗਿਆ ਹੈ, ਤਾਂ 14 ਆਇਤ ਦੱਸਦੀ ਹੈ ਕਿ ਉਹ ਉਸ ਨੂੰ ਬਚਾਉਣ ਲਈ ਜਾਂਦਾ ਹੈ। ਅਬਰਾਹਾਮ ਨੇ ਇਹ ਨਹੀਂ ਸੋਚਿਆ ਕਿ ਲੂਤ ਦਾ ਉੱਤਮ ਹਿੱਸਾ ਚੁਣ ਕੇ ਉਸ ਨੂੰ ਛੱਡ ਕੇ ਚਲਾ ਗਿਆ ਸੀ, ਹੁਣ ਉਸ ਦੀ ਮਦਦ ਕਿਉਂ ਕੀਤੀ ਜਾਵੇ। 16 ਆਇਤ ਸਾਨੂੰ ਅੱਗੇ ਦੱਸਦੀ ਹੈ ਕਿ ਅਬਰਾਹਾਮ ਆਪਣੇ ਸਾਥੀਆਂ ਨਾਲ ਗਿਆ ਅਤੇ ਜਾ ਕੇ ਲੜਿਆ ਅਤੇ ਲੂਤ ਅਤੇ ਉਸ ਦਾ ਮਾਲ ਤਨ ਮੋੜ ਲਿਆ। ਅਬਰਾਹਾਮ ਨੇ ਲੂਤ ਦੀ ਮਦਦ ਕਿਸੇ ਵੀ ਫਾਇਦੇ ਲਈ ਨਹੀਂ ਕੀਤੀ ਸੀ, ਉਹ ਨਿਰਸਵਾਰਥ ਉਸ ਦੀ ਮਦਦ ਕਰਨ ਲਈ ਗਿਆ ਸੀ। ਦੋਸਤੋ, ਅਬਰਾਹਾਮ ਨੇ ਸਵਾਰਥੀ ਹੋ ਕੇ ਆਪਣੇ ਲਈ ਉੱਤਮ ਕਦੇ ਨਹੀਂ ਚੁਣਿਆ, ਪਰ ਉਸਨੇ ਪਰਮੇਸ਼ਵਰ ਤੋਂ ਉੱਤਮ ਉਸ ਨੂੰ ਦੇਣ ਲਈ ਭਰੋਸਾ ਕੀਤਾ ਸੀ ਅਤੇ ਨਾ ਹੀ ਉਸਨੇ ਕਿਸੇ ਸਵਾਰਥ ਲਈ ਲੂਤ ਦੀ ਮਦਦ ਕੀਤੀ ਸੀ, ਪਰ ਨਿਰਸਵਾਰਥ ਉਸ ਦੀ ਮਦਦ ਕੀਤੀ ਸੀ। ਆਓ ਅਸੀਂ ਵੀ ਆਪਣੇ ਲਈ ਉੱਤਮ ਚੁਣਨ ਵਾਸਤੇ ਸਵਾਰਥੀ ਨਾ ਹੋਈਏ ਜਾਂ ਆਪਣੇ ਸਵਾਰਥ ਕਰਕੇ ਕਿਸੇ ਦੀ ਮਦਦ ਨਾ ਕਰੀਏ। ਨੰਬਰ 4, ਅਬਰਾਹਾਮ ਇੱਕ ਮਹਾਨ ਆਰਾਧਕ ਸੀ। ਪਿਆਰਿਓ, ਅਬਰਾਹਾਮ ਇੱਕ ਮਹਾਨ ਆਰਾਧਕ ਵੀ ਸੀ। ਉਸ ਦੇ ਜੀਵਨ ਦੇ ਵੇਰਵੇ ਵਿੱਚ ਤੁਸੀਂ ਵਾਰ-ਵਾਰ ਪੜ੍ਹੋਗੇ ਕਿ ਜਦੋਂ ਕਦੇ ਵੀ ਪਰਮੇਸ਼ਵਰ ਨੇ ਉਸ ਨਾਲ ਗੱਲ ਕੀਤੀ ਜਾਂ ਉਸ ਨੂੰ ਵਾਅਦਾ ਦਿੱਤਾ, ਉਸ ਨੇ ਪਰਮੇਸ਼ਵਰ ਦਾ ਧੰਨਵਾਦ ਕਰਨ ਲਈ ਜਗਵੇਦੀ ਬਣਾਈ। ਪਰ ਸਭ ਤੋਂ ਉੱਤਮ ਉਦਾਹਰਣ ਅਬਰਾਹਾਮ ਦੀ ਸਾਨੂੰ ਉਤਪਤ 22 ਅਧਿਆਇ ਵਿੱਚ ਮਿਲਦੀ ਹੈ। ਇੱਥੇ ਪਰਮੇਸ਼ਵਰ ਨੇ ਉਸ ਦੇ ਇਕਲੌਤੇ ਪੁੱਤਰ ਦਾ ਬਲੀਦਾਨ ਕਰਨ ਲਈ ਉਸ ਨੂੰ ਆਖਿਆ। 5 ਆਇਤ ਵਿੱਚ ਆਰਾਧਨਾ ਦਾ ਸ਼ਬਦ ਪਹਿਲੀ ਵਾਰ ਬਾਈਬਲ ਵਿੱਚ ਆਉਂਦਾ ਹੈ, ਜਿੱਥੇ ਅਬਰਾਹਾਮ ਆਪਣੇ ਜਵਾਨਾਂ ਨੂੰ ਆਖਦਾ ਹੈ, ਮੈਂ ਅਰੇ ਮੁੰਡਾ ਥੋੜੀ ਦੂਰ ਅੱਗੇ ਜਾਵਾਂਗੇ ਅਤੇ ਮੱਥਾ ਟੇਕ ਕੇ ਤੁਹਾਡੇ ਕੋਲ ਮੁੜ ਆਵਾਂਗੇ। ਅਬਰਾਹਾਮ ਪਰਮੇਸ਼ਵਰ ਦੀ ਆਰਾਧਨਾ ਲਈ ਆਪਣੇ ਇਕਲੌਤੇ ਪੁੱਤਰ ਨੂੰ ਵੀ ਬਲੀਦਾਨ ਕਰਨ ਦਾ ਇੱਛੁਕ ਸੀ ਅਤੇ ਉਸ ਨੇ ਲਗਭਗ ਉਸ ਨੂੰ ਬਲੀਦਾਨ ਕਰ ਹੀ ਦਿੱਤਾ ਸੀ। ਅਬਰਾਹਾਮ ਪਰਮੇਸ਼ਵਰ ਦਾ ਮਹਾਨ ਆਰਾਧਕ ਸੀ ਅਤੇ ਪਰਮੇਸ਼ਵਰ ਦੀ ਆਰਾਧਨਾ ਲਈ ਉਹ ਆਪਣੀ ਕਿਸੇ ਵੀ ਉੱਤਮ ਚੀਜ਼ ਨੂੰ ਪਿੱਛੇ ਨਹੀਂ ਰੱਖਣਾ ਚਾਹੁੰਦਾ ਸੀ। ਪਰਮੇਸ਼ਵਰ ਲਈ ਅਬਰਾਹਾਮ ਦੀ ਆਰਾਧਨਾ ਉਸ ਦੀ ਕਿਰਿਆ ਵਿੱਚ ਪ੍ਰਗਟ ਕੀਤੀ ਗਈ ਸੀ, ਨਾ ਕਿ ਸਿਰਫ ਸ਼ਬਦਾਂ ਵਿੱਚ। ਉਸ ਨੇ ਪਰਮੇਸ਼ਵਰ ਦੀ ਆਰਾਧਨਾ ਲਈ ਆਪਣੀ ਸਭ ਤੋਂ ਉੱਤਮ ਚੀਜ਼ ਨੂੰ ਵੀ ਉਸ ਅੱਗੇ ਪੇਂਟ ਕਰਨ ਤੋਂ ਗੁਰੇਜ਼ ਨਹੀਂ ਕੀਤਾ ਸੀ। ਨੰਬਰ 5, ਅਬਰਾਹਾਮ ਦਸਵੰਧ ਦੇਣ ਵਾਲਾ ਸੀ। ਉਤਪਤ 14 ਦੇ ਉਸ ਦੀ 20 ਆਇਤ ਸਾਨੂੰ ਦੱਸਦੀ ਹੈ ਕਿ ਉਸ ਨੇ ਉਹਨੂੰ ਸਭ ਕੁਝ ਦਾ ਦਸਵੰਧ ਦਿੱਤਾ। ਪਿਆਰਿਓ, ਅਬਰਾਹਾਮ ਮੂਸਾ ਤੋਂ ਕਈ ਸੌ ਸਾਲ ਪਹਿਲੋਂ ਰਿਹਾ ਸੀ, ਉਦੋਂ ਜਦੋਂ ਅਜੇ ਸ਼ਰ੍ਹਾ ਵਜੋਂ ਦਸਵੰਧ ਦੇਣ ਦਾ ਹੁਕਮ ਵੀ ਨਹੀਂ ਦਿੱਤਾ ਗਿਆ ਸੀ। ਪਰ ਫਿਰ ਵੀ ਅਬਰਾਹਾਮ ਆਪਣੀ ਜਿੱਤ ਦੇ ਵਿੱਚ ਪਰਮੇਸ਼ਵਰ ਨੂੰ ਮਹਿਮਾ ਦੇਣਾ ਜਾਣਦਾ ਸੀ। ਦਸਵੰਧ ਆਪਾਂ ਕਿਉਂ ਦਿੰਦੇ ਹਾਂ, ਇਸ ਤੇ ਮੈਂ ਇੱਕ ਅਲੱਗ ਵੀਡੀਓ ਤੇ ਚਰਚਾ ਕਰਾਂਗਾ। ਅਬਰਾਹਾਮ ਇਸ ਸਿਧਾਂਤ ਨੂੰ ਭੁੱਲਿਆ ਨਹੀਂ ਸੀ। 18 ਆਇਤ ਦੱਸਦੀ ਹੈ ਕਿ ਜਦੋਂ ਮਲਕਿਸਦੇਕ, ਜਿਹੜਾ ਅਤ ਮਹਾਨ ਪਰਮੇਸ਼ਵਰ ਦਾ ਯਾਜਕ ਸੀ, ਉਸ ਨੂੰ ਜਿੱਤ ਤੋਂ ਬਾਅਦ ਮਿਲਣ ਲਈ ਆਇਆ, ਅਬਰਾਹਾਮ ਨੇ ਉਸ ਨੂੰ ਸਭ ਕੁਝ ਦਾ ਦਸਵੰਧ ਦਿੱਤਾ। ਇਸ ਘਟਨਾ ਤੋਂ ਬਾਅਦ ਹੀ ਪਰਮੇਸ਼ਵਰ ਨੇ 15 ਅਧਿਆਇ ਦੀ 1 ਆਇਤ ਵਿੱਚ ਉਸ ਨਾਲ ਵਾਅਦਾ ਕੀਤਾ ਸੀ ਕਿ ਨਾ ਡਰ ਅਬਰਾਮ, ਮੈਂ ਤੇਰੀ ਢਾਲ ਹਾਂ ਅਤੇ ਮੈਂ ਤੇਰਾ ਅਤ ਵੱਡਾ ਅਜ਼ਰ ਹਾਂ। ਜਦੋਂ ਅਬਰਾਹਾਮ ਨੇ ਦਸਵੰਧ ਦਿੱਤਾ ਤਾਂ ਉਸ ਘਟਨਾ ਤੋਂ ਬਾਅਦ ਹੀ ਪਰਮੇਸ਼ਵਰ ਨੇ ਉਸ ਨਾਲ ਵੱਡੇ ਇਨਾਮ ਦਾ ਵਾਅਦਾ ਕੀਤਾ ਸੀ। ਦੋਸਤੋ, ਜਦੋਂ ਅਸੀਂ ਪਰਮੇਸ਼ਵਰ ਨੂੰ ਆਪਣੀ ਹਰ ਜਿੱਤ ਜਾਂ ਸਫਲਤਾ ਵਿੱਚ ਯਾਦ ਰੱਖਦੇ ਹਾਂ ਤਾਂ ਪਰਮੇਸ਼ਵਰ ਵੀ ਸਾਨੂੰ ਕਿਸੇ ਵੀ ਗੱਲੋਂ ਘੱਟ ਨਹੀਂ ਰਹਿਣ ਦਿੰਦਾ ਹੈ। ਅਬਰਾਹਾਮ ਦੇ ਕੀਤੇ ਗਏ ਕੰਮਾਂ ਦਾ ਫਲ ਸਿਰਫ ਉਸ ਨੂੰ ਹੀ ਨਹੀਂ ਮਿਲਿਆ, ਪਰ ਅੱਜ ਵੀ ਅਬਰਾਹਾਮ ਦੀ ਸੰਤਾਨ ਵੱਡੀਆਂ ਬਰਕਤਾਂ ਦਾ ਆਨੰਦ ਮਾਣ ਰਹੀ ਹੈ। ਨੰਬਰ 6, ਅਬਰਾਹਾਮ ਪ੍ਰਾਹੁਣਚਾਰੀ ਕਰਨ ਵਾਲਾ ਸੀ। ਉਤਪਤ 18 ਦੇ ਉਸ ਦੀ 1 ਤੋਂ 10 ਆਇਤ ਸਾਨੂੰ ਅਬਰਾਹਾਮ ਦੇ ਪ੍ਰਾਹੁਣਚਾਰੀ ਹੋਣ ਦੀ ਇੱਕ ਅਜਿਹੀ ਘਟਨਾ ਦੱਸਦੀ ਹੈ, ਜਿਸ ਵਿੱਚ ਉਸਨੇ ਇੱਕ ਵਾਰ ਫੇਰ ਕੁਝ ਅਜਿਹਾ ਕੀਤਾ ਜਿਸ ਤੋਂ ਬਾਅਦ ਉਸਨੇ ਪਰਮੇਸ਼ਵਰ ਤੋਂ ਇੱਕ ਵੱਡੇ ਵਾਅਦੇ ਨੂੰ ਪ੍ਰਾਪਤ ਕੀਤਾ ਸੀ। ਇਹ ਵੇਰਵਾ ਸਾਨੂੰ ਦੱਸਦਾ ਹੈ ਕਿ ਅਬਰਾਹਾਮ ਇੱਕ ਸਮੇਂ ਬਾਹਰ ਧੁੱਪ ਸੇਕ ਰਿਹਾ ਸੀ ਕਿ ਉਸਨੇ 3 ਮਨੁੱਖਾਂ ਨੂੰ ਆਪਣੇ ਤੰਬੂ ਦੇ ਬਾਹਰ ਵੇਖਿਆ। ਅਬਰਾਹਾਮ ਨੇ ਉਹਨਾਂ ਨੂੰ ਆਖਿਆ, ਹੇ ਪ੍ਰਭੂ ਜੀ, ਮੇਰੇ ਉੱਤੇ ਤੇਰੀ ਕਿਰਪਾ ਦੀ ਨਿਗਾਹ ਹੋਈ ਹੈ ਤਾਂ ਆਪਣੇ ਦਾਸ ਦੇ ਕੋਲੋਂ ਚਲਿਆ ਨਾ ਜਾਣਾ। ਥੋੜਾ ਜਿਹਾ ਪਾਣੀ ਲਿਆਇਆ ਜਾਵੇ ਤਾਂ ਜੋ ਤੁਸੀਂ ਆਪਣੇ ਚਰਨ ਧੋ ਕੇ ਰੁੱਖ ਹੇਠ ਆਰਾਮ ਕਰੋ। ਮੈਂ ਥੋੜੀ ਜਿਹੀ ਰੋਟੀ ਵੀ ਲਿਆਉਂਦਾ ਹਾਂ, ਸੋ ਆਪਣੇ ਮਨਾਂ ਨੂੰ ਤ੍ਰਿਪਤ ਕਰੋ। ਦੋਸਤੋ, ਜਦੋਂ ਤੁਸੀਂ ਇਸ ਘਟਨਾ ਦੇ ਪੂਰੇ ਵੇਰਵੇ ਨੂੰ ਪੜ੍ਹਦੇ ਹੋ ਤਾਂ ਤੁਸੀਂ ਅਜਿਹੇ ਸ਼ਬਦਾਂ ਨੂੰ ਵੇਖੋਗੇ। ਅਬਰਾਹਾਮ ਨੇ ਛੇਤੀ ਜਾ ਕੇ ਸਾਰਾ ਨੂੰ ਆਖਿਆ, ਫੁਲਕੇ ਪਕਾ, ਜਾਂ ਅਬਰਾਹਾਮ ਨੱਸ ਕੇ ਗਿਆ। ਇਹਨਾਂ ਸ਼ਬਦਾਂ ਦਾ ਵੇਰਵਾ ਸਾਨੂੰ ਇਹ ਦੱਸਦਾ ਹੈ ਕਿ ਅਬਰਾਹਾਮ ਪ੍ਰਾਹੁਣਚਾਰੀ ਕਰਨ ਲਈ ਕਿੰਨਾ ਉਤਾਵਲਾ ਤੇ ਜੋਸ਼ੀਲਾ ਸੀ। 8 ਆਇਤ ਦੱਸਦੀ ਹੈ ਕਿ ਜਦੋਂ ਅਬਰਾਹਾਮ ਨੇ ਖਾਣਾ ਪਰੋਸ ਦਿੱਤਾ ਤਾਂ ਉਹ ਆਪ ਉਹਨਾਂ ਦੇ ਕੋਲ ਰੁੱਖ ਹੇਠ ਖੜਾ ਰਿਹਾ ਅਤੇ ਉਹਨਾਂ ਨੇ ਖਾਧਾ। ਪਿਆਰਿਓ, ਅਬਰਾਹਾਮ ਰੱਬ ਦੇ ਦਾਸਾਂ ਨੂੰ ਪਛਾਣਨ ਅਤੇ ਉਹਨਾਂ ਦੀ ਪ੍ਰਾਹੁਣਚਾਰੀ ਕਰਨ ਵਿੱਚ ਤੇਜ਼ ਸੀ। ਨਵੇਂ ਨੇਮ ਵਿੱਚ ਇਬਰਾਨੀਆਂ 13 ਦੀ 2 ਆਖਦੀ ਹੈ, ਪ੍ਰਾਹੁਣਚਾਰੀ ਕਰਨਾ ਨਾ ਭੁੱਲਿਓ,
ਕਿਉਂ ਜੋ ਇਹੋ ਕਰਕੇ ਕਿੰਨਿਆਂ ਨੇ ਦੂਤਾਂ ਨੂੰ ਬਿਨਾਂ ਪਛਾਣੇ ਘਰ ਉਤਾਰਿਆ ਹੈ। ਨਵੇਂ ਨੇਮ ਦੀਆਂ ਕਈ ਪੱਤਰੀਆਂ ਵਿੱਚ ਮਸੀਹਾਂ ਨੂੰ ਪ੍ਰਾਹੁਣਚਾਰੀ ਕਰਨ ਵਾਲੇ ਹੋਣ ਲਈ ਸਿੱਖਿਆ ਦਿੱਤੀ ਗਈ ਹੈ, ਪਰ ਅਬਰਾਹਮ ਅਜਿਹੇ ਸਮਿਆਂ ਵਿੱਚ ਰਿਹਾ ਸੀ ਜਦੋਂ ਕਿਸੇ ਵੀ ਰਸੂਲ ਨੇ ਅਜਿਹਾ ਕਰਨਾ ਸਿਖਾਇਆ ਨਹੀਂ ਸੀ। ਦੋਸਤੋ, ਤੁਹਾਡਾ ਪ੍ਰਾਹੁਣਚਾਰੀ ਹੋਣਾ ਤੁਹਾਡੇ ਲਈ ਬਰਕਤਾਂ ਦੇ ਕਈ ਰਾਹ ਖੋਲ੍ਹ ਸਕਦਾ ਹੈ। ਨੰਬਰ 7, ਅਬਰਾਹਮ ਦੂਜਿਆਂ ਲਈ ਪਰਮੇਸ਼ੁਰ ਅੱਗੇ ਸਿਫਾਰਸ਼ੀ ਪ੍ਰਾਰਥਨਾ ਕਰਦਾ ਸੀ। ਉਤਪਤ 18 ਅਧਿਆਇ ਵਿੱਚ ਹੀ ਅਸੀਂ ਅਬਰਾਹਮ ਦੇ ਜੀਵਨ ਤੋਂ ਇੱਕ ਹੋਰ ਪਾਠ ਸਿੱਖਦੇ ਹਾਂ। ਜਦੋਂ ਅਬਰਾਹਮ ਨੂੰ ਪਤਾ ਲੱਗਾ ਕਿ ਪਰਮੇਸ਼ੁਰ ਸਦੂਮ ਅਤੇ ਅਮੋਰਾ ਨੂੰ ਨਾਸ ਕਰਨ ਜਾ ਰਿਹਾ ਹੈ, ਤਾਂ ਉਸ ਨੂੰ ਲੂਤ ਅਤੇ ਉਸਦੇ ਘਰਾਣੇ ਦੀ ਯਾਦ ਆਈ। ਉਹੀ ਲੂਤ ਜਿਹੜਾ ਇੱਕ ਸਮੇਂ ਚੰਗਾ ਹਿੱਸਾ ਚੁਣ ਕੇ ਉਸ ਤੋਂ ਦੂਰ ਚਲਿਆ ਗਿਆ ਸੀ। ਫਿਰ ਵੀ ਅਬਰਾਹਮ ਉਸ ਦੇ ਬਚਾਓ ਲਈ ਬੇਨਤੀ ਕਰਦਾ ਹੈ। 23 ਤੋਂ 33 ਆਇਤਾਂ ਸਾਨੂੰ ਅਬਰਾਹਮ ਦੇ ਸਦੂਮ ਅਤੇ ਅਮੋਰਾ ਨੂੰ ਨਾਸ ਨਾ ਕਰਨ ਲਈ ਸਿਫਾਰਿਸ਼ ਕਰਨ ਨੂੰ ਦੱਸਦੀਆਂ ਹਨ। ਅਬਰਾਹਮ 23 ਆਇਤ ਵਿੱਚ ਪਰਮੇਸ਼ੁਰ ਨੂੰ ਆਖਦਾ ਹੈ ਕਿ ਤੂੰ ਧਰਮੀ ਨੂੰ ਕੁਧਰਮੀ ਨਾਲ ਨਾਸ਼ ਕਰੇਂਗਾ। ਸ਼ਾਇਦ ਉਸ ਨਗਰ ਵਿੱਚ 50 ਧਰਮੀ ਹੋਣ। ਅਬਰਾਹਮ 50 ਤੋਂ ਸ਼ੁਰੂ ਕਰਕੇ ਵਾਰ-ਵਾਰ ਬੇਨਤੀ ਕਰਦਾ ਹੋਇਆ 10 ਦੀ ਗਿਣਤੀ ਤੱਕ ਆ ਜਾਂਦਾ ਹੈ। 32 ਆਇਤ ਵਿੱਚ ਪਰਮੇਸ਼ੁਰ ਅਬਰਾਹਮ ਨੂੰ ਆਖਦਾ ਹੈ, ਮੈਂ ਉਹਨਾਂ 10 ਕਾਰਨ ਵੀ ਸਦੂਮ ਅਤੇ ਅਮੋਰਾ ਨੂੰ ਨਸ਼ਟ ਨਹੀਂ ਕਰਾਂਗਾ। ਪਰ ਅਫਸੋਸ ਕਿ ਉੱਥੇ 10 ਵੀ ਧਰਮੀ ਨਹੀਂ ਸਨ। ਪਰ ਅਬਰਾਹਮ ਦੇ ਦਿਲ ਨੂੰ ਅਸੀਂ ਸਮਝ ਸਕਦੇ ਹਾਂ। ਅਬਰਾਹਮ ਨਹੀਂ ਚਾਹੁੰਦਾ ਸੀ ਕਿ ਲੂਤ ਅਤੇ ਉਸ ਦਾ ਘਰਾਣਾ ਨਾਸ਼ ਹੋ ਜਾਵੇ। ਅਬਰਾਹਮ ਦਾ ਵਾਰ-ਵਾਰ ਪਰਮੇਸ਼ੁਰ ਅੱਗੇ ਮਿਹਨਤ ਕਰਨਾ ਉਸ ਦੇ ਦਿਲ ਨੂੰ ਬਿਆਨ ਕਰਦਾ ਹੈ। ਉਹ ਸਦੂਮ ਅਤੇ ਅਮੋਰਾ ਨੂੰ ਬਖਸ਼ਣ ਲਈ ਪਰਮੇਸ਼ੁਰ ਅੱਗੇ ਤਰਲੇ ਕਰ ਰਿਹਾ ਸੀ। ਦੂਜਿਆਂ ਦੇ ਬਚਾਓ ਲਈ ਸਿਫਾਰਸ਼ੀ ਪ੍ਰਾਰਥਨਾ ਕਰਨਾ ਅਸੀਂ ਅਬਰਾਹਮ ਦੇ ਜੀਵਨ ਤੋਂ ਸਿੱਖ ਸਕਦੇ ਹਾਂ। ਪਿਆਰਿਓ, ਅਬਰਾਹਮ ਦੇ ਜੀਵਨ ਤੋਂ ਅੱਜ ਅਸੀਂ 7 ਗੱਲਾਂ ਨੂੰ ਵੇਖਿਆ ਹੈ ਅਤੇ ਮੈਂ ਸੋਚਦਾ ਹਾਂ ਕਿ ਇਹ ਗੱਲਾਂ ਹਰੇਕ ਮਸੀਹੀ ਦੇ ਜੀਵਨ ਵਿੱਚ ਵੀ ਹੋਣੀਆਂ ਚਾਹੀਦੀਆਂ ਹਨ, ਜੇਕਰ ਅਸੀਂ ਅਬਰਾਹਮ ਵਾਂਗ ਹੀ ਆਪਣੇ ਜੀਵਨ ਵਿੱਚ ਬਰਕਤਾਂ ਨੂੰ ਪਾਉਣਾ ਚਾਹੁੰਦੇ ਹਾਂ। ਬਹੁਤ ਵਾਰ ਅਸੀਂ ਉਹੀ ਬਰਕਤਾਂ ਦੇ ਵਾਰਿਸ ਤਾਂ ਹੋਣਾ ਚਾਹੁੰਦੇ ਹਾਂ, ਪਰ ਜੋ ਗੱਲਾਂ ਉਹਨਾਂ ਦੇ ਜੀਵਨਾਂ ਵਿੱਚ ਸਨ ਉਹਨਾਂ ਨੂੰ ਆਪਣੇ ਜੀਵਨ ਵਿੱਚ ਲਿਆਉਣ ਲਈ ਅਸੀਂ ਕੋਈ ਯਤਨ ਨਹੀਂ ਕਰਦੇ ਹਾਂ। ਆਓ ਅਸੀਂ ਅਬਰਾਹਮ ਵਾਂਗ ਹੀ ਵਿਸ਼ਵਾਸ ਕਰਨ ਵਾਲੇ ਬਣੀਏ ਅਤੇ ਅਸੰਭਵ ਹਾਲਾਤਾਂ ਵਿੱਚ ਵੀ ਪਰਮੇਸ਼ੁਰ ਵਿੱਚ ਆਪਣੇ ਵਿਸ਼ਵਾਸ ਨੂੰ ਕਾਇਮ ਰੱਖੀਏ ਤੇ ਉਸ ਵਿਸ਼ਵਾਸ ਨੂੰ ਆਗਿਆਕਾਰੀ ਰਾਹੀਂ ਆਪਣੇ ਜੀਵਨ ਵਿੱਚ ਪ੍ਰਗਟ ਵੀ ਕਰੀਏ। ਆਓ ਅਸੀਂ ਆਪਣੇ ਲਈ ਉੱਤਮ ਚੁਣਨ ਵਿੱਚ ਸਵਾਰਥੀ ਨਾ ਹੋਈਏ, ਪਰ ਪਰਮੇਸ਼ੁਰ ਤੋਂ ਉੱਤਮ ਮਿਲਣ ਦਾ ਭਰੋਸਾ ਰੱਖੀਏ। ਆਓ ਅਸੀਂ ਅਬਰਾਹਮ ਵਾਂਗ ਹੀ ਆਰਾਧਕ ਬਣੀਏ ਅਤੇ ਉਸ ਦੀ ਆਰਾਧਨਾ ਲਈ ਹਰ ਕੀਮਤ ਦੇਣ ਨੂੰ ਤਿਆਰ ਰਹੀਏ। ਅਬਰਾਹਮ ਵਾਂਗ ਹੀ ਅਸੀਂ ਦਸਵੰਧ ਦੇਣ ਅਤੇ ਪ੍ਰਾਹੁਣਚਾਰੀ ਕਰਨ ਵਾਲੇ ਬਣੀਏ ਅਤੇ ਹਮੇਸ਼ਾ ਦੂਜਿਆਂ ਦੇ ਬਚਾਓ ਲਈ ਸਿਫਾਰਸ਼ੀ ਪ੍ਰਾਰਥਨਾ ਕਰਨ ਵਿੱਚ ਲੱਗੇ ਰਹੀਏ। ਪਰਮੇਸ਼ੁਰ ਤੁਹਾਨੂੰ ਇਹਨਾਂ ਵਚਨਾਂ ਦੇ ਰਾਹੀਂ ਬਰਕਤ ਦੇਵੇ।